ਸਿੱਖ ਇਤਿਹਾਸ ਕੁਰਬਾਨੀਆਂ ਤੇ ਸ਼ਹੀਦੀਆਂ ਦੀ ਇੱਕ ਬਹੁਤ ਹੀ ਲੰਮੀ ਦਾਸਤਾਨ ਹੈ। ਜੇ ਇਹ ਕਹੀਏ ਕਿ ਸਿੱਖ ਇਤਿਹਾਸ ਹੈ ਹੀ ਸ਼ਹੀਦੀ ਇਤਿਹਾਸ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਹਿੰਦੂ ਧਰਮ ਦੀ ਰੱਖਿਆ ਖਾਤਰ ਜਦੋਂ ਧੰਨ ਧੰਨ 9ਵੇਂ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣਾ ਆਪਾ ਵਾਰਨ ਦਿੱਲੀ ਦੇ ਚਾਂਦਨੀ ਚੌਕ ਵਿਖੇ ਗਏ ਤਾਂ ਉਸ ਵੇਲੇ ਆਪ ਜੀ ਤੋਂ ਇੱਕ ਦਿਨ ਪਹਿਲਾਂ ਆਪ ਜੀ ਦੇ 3 ਪਿਆਰੇ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਭਾਈ ਮਤੀ ਦਾਸ ਜੀ ਹਨ ਤੇ ਭਾਈ ਮਤੀ ਦਾਸ ਜੀ ਦੇ ਨਾਲ ਆਪ ਜੀ ਦੇ ਛੋਟੇ ਭਰਾ ਭਾਈ ਸਤੀ ਦਾਸ ਜੀ ਨੂੰ ਵੀ ਉਸੇ ਹੀ ਦਿਨ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਪਿਤਾ ਜੀ ਦੇ ਬਾਬਤ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਵਿਚਾਰ ਦਿੱਤੇ ਹਨ, ਪਰ ਭੱਟ ਵਹੀ ਜੀ ਦੇ ਵਿਚਾਰਾਂ ਨੂੰ ਆਧਾਰ ਮੰਨੀਏ ਤਾਂ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਸਨ। ਆਪ ਜੀ ਦੇ ਵੱਡੇ ਵਡੇਰੇ ਮੁੱਢ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਆਪ ਜੀ ਦੇ ਵਡੇਰੇ ਭਾਈ ਗੌਤਮ ਪਹਿਲ ਸਿੱਖੀ ਮੰਡਲ ਵਿੱਚ ਆਏ ਤੇ ਭਾਈ ਗੌਤਮ ਦੇ ਪੁੱਤਰ ਭਾਈ ਪਿਰਾਗਾ ਜੀ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਵਿੱਚ 5ਵੇਂ ਗੁਰੂ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਕੀਤਾ ਹੈ। ਭੱਟ ਵਹੀ ਜੀ ਅਨੁਸਾਰ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਭਾਈ ਹੀਰਾ ਨੰਦ ਜੀ ਦੇ ਸਪੁੱਤਰ, ਭਾਈ ਦਵਾਰਕਾ ਦਾਸ ਜੀ ਦੇ ਪੋਤਰੇ ਅਤੇ ਭਾਈ ਪਿਰਾਗਾ ਜੀ ਦੇ ਪੜ ਪੋਤਰੇ ਸਨ। ਇਤਿਹਾਸ ਨੂੰ ਵਾਚਿਆਂ ਇਹ ਵੀ ਪਤਾ ਲੱਗਦਾ ਹੈ ਕਿ ਭਾਈ ਹੀਰਾ ਨੰਦ ਜੀ ਨੇ ਆਪਣੇ ਦੋਵੇਂ ਸਪੁੱਤਰ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਸੇਵਾ ਵਿੱਚ ਲਿਆਂਦੇ ਤੇ ਗੁਰੂ ਪਾਤਸ਼ਾਹ ਜੀ ਦੀ ਸੌਂਪਣਾ ਵਿੱਚ ਦੇ ਕੇ ਆਪ ਅਕਾਲ ਚਲਾਣਾ ਕਰ ਗਏ। ਭਾਈ ਹੀਰਾ ਨੰਦ ਜੀ ਦੀਵਾਨ ਦਰਗਾਹ ਮਲ ਜੀ ਦੇ ਭਰਾ ਸਨ ਤੇ ਦੀਵਾਨ ਦਰਗਾਹ ਮਲ ਜੀ 8ਵੇਂ ਗੁਰੂ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੀਵਾਨ ਸਨ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਦੀਵਾਨ ਦਰਗਾਹ ਮਲ ਜੀ ਨੂੰ ਹੀ ਦੀਵਾਨ ਦੀ ਪਦਵੀ ਸੌਂਪੀ, ਪਰ ਉਹਨਾਂ ਨੇ ਵਡੇਰੀ ਉਮਰ ਹੋਣ ਕਰਕੇ ਆਪਣੇ ਆਪ ਨੂੰ ਇਹ ਸੇਵਾ ਨਿਭਾਉਣ ਦੇ ਅਸਮਰਥ ਸਮਝਦਿਆਂ ਹੋਇਆਂ ਆਪਣੇ ਵੱਡੇ ਭਤੀਜੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਬਣਾਉਣ ਦੀ ਗੁਰੂ ਜੀ ਅੱਗੇ ਬੇਨਤੀ ਕੀਤੀ, ਜੋ ਗੁਰੂ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਈ ਤੇ ਭਾਈ ਮਤੀ ਦਾਸ ਜੀ ਨੂੰ ਗੁਰੂ ਘਰ ਦੇ ਦੀਵਾਨ ਥਾਪ ਦਿੱਤਾ। ਭਾਈ ਮਤੀ ਦਾਸ ਜੀ ਫਾਰਸੀ ਦੇ ਵਿਦਵਾਨ ਸਨ ਤੇ ਆਪ ਜੀ ਦੀਵਾਨ ਦਾ ਕੰਮ ਅਖੀਰ ਤੱਕ ਕਰਦੇ ਰਹੇ। ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਤਿੰਨੇ ਸਿੰਘਾਂ ਸਮੇਤ ਦਿੱਲੀ ਪੁੱਜੇ ਤਾਂ ਔਰੰਗਜ਼ੇਬ ਨੇ ਕਾਜ਼ੀਆਂ ਸਮੇਤ ਗੁਰੂ ਪਾਤਸ਼ਾਹ ਜੀ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਅਨੇਕਾਂ ਯਤਨ ਕੀਤੇ, ਪਰ ਗੁਰੂ ਪਿਤਾ ਜੀ ਦੀ ਉੱਚ ਸ਼ਖਸੀਅਤ ਅਤੇ ਦ੍ਰਿੜ ਇਰਾਦੇ ਸਾਹਮਣੇ ਇਹਨਾਂ ਦੇ ਸਾਰੇ ਯਤਨ ਨਿਸਫਲ ਹੋ ਗਏ। ਆਪਣੀ ਝੂਠੀ ਸ਼ਾਨ ਬਰਕਰਾਰ ਰੱਖਣ ਲਈ ਤੇ ਸਫਲਤਾ ਲਈ ਕਾਜ਼ੀ ਨੇ ਹੁਣ ਗੁਰੂ ਪਾਤਸ਼ਾਹ ਜੀ ਦੇ ਨਾਲ ਆਏ ਸਿੱਖਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਦਾ ਸੋਚਿਆ। ਕਾਜ਼ੀ ਦਾ ਵਿਚਾਰ ਸੀ ਕਿ ਜੇ ਗੁਰੂ ਜੀ ਦੇ ਤਿੰਨੋਂ ਸਾਥੀਆਂ ਨੂੰ ਭਾਵ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ, ਇਹਨਾਂ ਨੂੰ ਗੁਰੂ ਪਾਤਸ਼ਾਹ ਜੀ ਦੀਆਂ ਅੱਖਾਂ ਸਾਹਵੇਂ ਭਿਅੰਕਰ ਤੇ ਖੌਫਨਾਕ ਮੌਤ ਮਾਰਿਆ ਜਾਵੇ ਤਾਂ ਸ਼ਾਇਦ ਗੁਰੂ ਜੀ ਡੋਲ ਕੇ ਇਸਲਾਮ ਕਬੂਲ ਕਰ ਲੈਣ। ਪਰ ਕਾਜ਼ੀ ਨੇ ਇਹ ਨਹੀਂ ਸੋਚਿਆ ਕਿ ਜਿਸ ਮਹਾਨ ਗੁਰੂ ਦੇ ਸਿੱਖ ਇੰਨੇ ਅਡੋਲ ਤੇ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਉਣ ਵਾਲੇ ਹਨ, ਉਹਨਾਂ ਦੇ ਗੁਰੂ ਨੂੰ ਕੋਈ ਕਿਵੇਂ ਡੁਲਾ ਜਾਂ ਡਰਾ ਸਕਦਾ ਹੈ। ਜਿਸ ਤੋਂ ਬਾਅਦ ਕਾਜ਼ੀ ਨੇ ਤਿੰਨੋਂ ਸਿੰਘਾਂ ਨੂੰ ਅਤ ਕਰੜੇ ਤਸੀਹੇ ਦੇ ਕੇ ਮਾਰਨ ਦਾ ਫਤਵਾ ਜਾਰੀ ਕਰ ਦਿੱਤਾ। ਪਹਿਲਾਂ ਭਾਈ ਮਤੀ ਦਾਸ ਜੀ ਨੂੰ ਬੇੜੀਆਂ ਤੇ ਸੰਗਲਾਂ ਨਾਲ ਬੰਨ੍ਹ ਕੇ ਚਾਂਦਨੀ ਚੌਕ ਫੁਹਾਰੇ ਵਾਲੀ ਥਾਂ ਤੇ ਲਿਆਉਂਦਾ ਗਿਆ। ਆਪ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਸਾਹਿਬ ਜੀ ਸ਼ਾਂਤ ਚਿੱਤ 9ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹੋਏ ਅਕਾਲ ਪੁਰਖ ਦੇ ਧਿਆਨ ਵਿੱਚ ਜੁੜੇ ਹੋਏ ਸਨ। ਆਉਣ ਵਾਲੇ ਖਤਰੇ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਆਪ ਜੀ ਦੇ ਮੁਖ ਤੇ ਡਰ ਦਾ ਕੋਈ ਵੀ ਚਿੰਨ੍ਹ ਨਹੀਂ ਸੀ। ਕਾਜ਼ੀਆਂ ਨੇ ਹਰ ਤਰ੍ਹਾਂ ਦਾ ਜ਼ੋਰ ਲਾ ਭਾਈ ਮਤੀ ਦਾਸ ਜੀ ਨੂੰ ਇਸਲਾਮ ਵਿੱਚ ਲਿਆਉਣਾ ਚਾਹਿਆ, ਪਰ ਭਾਈ ਸਾਹਿਬ ਜੀ ਨੇ ਕਿਹਾ ਕਿ ਇੱਕ ਦਿਨ ਮਰਨਾ ਤੇ ਹੈ ਹੀ ਤੇ ਕਿਉਂ ਨਾ ਮੈਂ ਆਪਣੀ ਸਿੱਖੀ ਨਿਭਾ ਕੇ ਮਰਾਂ। ਅਖੀਰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਕਾਜ਼ੀ ਨੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਫਤਵਾ ਸੁਣਾ ਦਿੱਤਾ, ਜਿਸ ਨੂੰ ਆਪ ਜੀ ਨੇ ਹੱਸ ਕੇ ਕਬੂਲ ਕੀਤਾ। ਜ਼ਾਲਮਾਂ ਨੇ ਜਦੋਂ ਭਾਈ ਮਤੀ ਦਾਸ ਜੀ ਨੂੰ ਆਪ ਜੀ ਦੀ ਆਖਰੀ ਇੱਛਾ ਬਾਰੇ ਪੁੱਛਿਆ ਤਾਂ ਆਪ ਜੀ ਨੇ ਜੱਲਾਦਾਂ ਨੂੰ ਕਿਹਾ ਕਿ ਅੰਤ ਸਮੇਂ ਮੇਰਾ ਮੁਖ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਿੰਜਰੇ ਵੱਲ ਨੂੰ ਹੋਵੇ ਤਾਂ ਜੋ ਮੈਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਦਰਗਾਹ ਨੂੰ ਜਾਵਾਂ। ਭਾਈ ਸਾਹਿਬ ਜੀ ਨੇ ਜੱਲਾਦਾਂ ਨੂੰ ਨਾਲ ਹੀ ਇਹ ਹਿਦਾਇਤ ਵੀ ਕੀਤੀ ਕਿ ਚੀਰ ਬਿਲਕੁਲ ਸਿੱਧਾ ਹੋਵੇ। ਜੇ ਤੁਹਾਡੀ ਗਲਤੀ ਨਾਲ ਚੀਰ ਟੇਢਾ ਲੱਗ ਗਿਆ ਤਾਂ ਕਿਤੇ ਕੋਈ ਇਹ ਨਾ ਕਹੇ ਕਿ ਮੈਂ ਆਰੇ ਤੋਂ ਡਰਦਾ ਡੋਲ ਗਿਆ ਸੀ।
ਜਦ ਕਿ ਗੁਰੂ ਕਿਰਪਾ ਨਾਲ ਮੈਂ ਅਡੋਲ ਖੜਾ ਹਾਂ। ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜ਼ੀ ਤਰਤੀਰ। ਰੋਮ ਰੋਮ ਵਿੱਚ ਮਹਿੰਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਪਾਪ। ਟੁਕੜੇ ਇਸ ਸਰੀਰ ਦੇ ਕਰਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰਾ ਦੀਨ ਨਹੀਂ ਲੋੜ। ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਅਖੀਰ ਲੱਕੜ ਦੀਆਂ ਦੋ ਗੇਲੀਆਂ ਵਿੱਚ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਤੇ ਉਹਨਾਂ ਦਾ ਚਿਹਰਾ ਸ੍ਰਿਸ਼ਟੀ ਦੀ ਚਾਦਰ ਗੁਰੂ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਜਰੇ ਵੱਲ ਨੂੰ ਕਰ ਦਿੱਤਾ ਗਿਆ। ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜੱਲਾਦਾਂ ਨੇ ਆਰਾ ਭਾਈ ਮਤੀ ਦਾਸ ਜੀ ਦੇ ਸਿਰ ਤੇ ਆਣ ਟਿਕਾਇਆ ਤੇ ਕਾਜ਼ੀ ਵੱਲੋਂ ਆਰਾ ਚਲਾਉਣ ਦਾ ਇਸ਼ਾਰਾ ਮਿਲਦੇ ਹੀ ਵੇਖਦਿਆਂ ਜੱਲਾਦਾਂ ਨੇ ਆਰੇ ਦੁਆਰਾ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ। ਖੂਨ ਦਾ ਫੁਹਾਰਾ ਚੱਲ ਪਿਆ। ਇਹ ਖੌਫਨਾਕ ਮੰਜ਼ਰ ਵੇਖ ਉੱਥੇ ਖੜੇ ਲੋਕਾਂ ਦੀਆਂ ਅੱਖਾਂ 'ਚੋਂ ਅਥਰੂ ਕਿਰ ਰਹੇ ਸਨ। ਵੇਖਣ ਵਾਲਿਆਂ ਦੇ ਰੌਂਗਟੇ ਖੜੇ ਹੋ ਗਏ। ਪਰ ਗੁਰੂ ਦਾ ਇਹ ਪਿਆਰਾ ਸਿੱਖ ਅਡੋਲ ਆਪਣੇ ਪ੍ਰਭੂ ਦੀ ਭਗਤੀ ਦੀ ਸ਼ਕਤੀ ਨਾਲ ਖੜਾ ਰਿਹਾ ਤੇ ਆਪਨੇ ਸੀ ਨਾ ਕੀਤੀ। ਇਸ ਤੋਂ ਬਾਅਦ ਇੱਕ ਹੋਰ ਅਸਚਰਜ ਗੱਲ ਹੋਈ। ਭਾਈ ਸਾਹਿਬ ਜੀ ਦੇ ਸਰੀਰ ਦੇ ਦੋ ਹਿੱਸੇ ਹੋਣ ਤੋਂ ਬਾਅਦ ਵੀ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਬੰਦ ਨਾ ਹੋਈ। ਸਰੀਰ ਦੇ ਦੋਨੋਂ ਹਿੱਸਿਆਂ ਵਿੱਚੋਂ ਪਾਠ ਦੀ ਆਵਾਜ਼ ਆਉਂਦੀ ਰਹੀ। ਜਿਵੇਂ ਇੱਕ ਚੁੰਬਕ ਦੇ ਦੋ ਟੋਟੇ ਹੋ ਜਾਣ ਮਗਰੋਂ ਵੀ ਉਹ ਟੋਟੇ ਆਪਣਾ ਗੁਣ ਨਹੀਂ ਗਵਾਉਂਦੇ, ਇਸੇ ਤਰ੍ਹਾਂ ਭਾਈ ਮਤੀ ਦਾਸ ਜੀ ਨੇ ਉਦੋਂ ਤੱਕ ਆਪਣੇ ਪ੍ਰਾਣ ਨਹੀਂ ਤਿਆਗੇ ਜਦ ਤੱਕ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਨਹੀਂ ਹੋਇਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਇਸ ਗੱਲ ਦਾ ਜ਼ਿਕਰ ਇੰਜ ਮਿਲਦਾ ਹੈ। ਅਰੋਧ ਅਰਧ ਚਿਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੈ ਦੋ ਫਾਰਾ। ਦੋਨੋਂ ਤਨ ਤੇ ਜਪਜੀ ਪੜ੍ਹੈ, ਹੇਰਤ ਸਭ ਕੇ ਅਚਰਜ ਬੜ੍ਹੈ। ਅੰਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦੇ ਹੀ ਭਾਈ ਮਤੀ ਦਾਸ ਜੀ ਦੀ ਆਤਮਾ ਪਰਮਾਤਮਾ ਵਿੱਚ ਵਿਲੀਨ ਹੋ ਗਈ। ਜ਼ਾਲਮਾਂ ਨੇ ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਨਾਲ ਤੇ ਭਾਵੇਂ ਚੀਰ ਦਿੱਤਾ, ਪਰ ਉਹਨਾਂ ਦੇ ਸਿੱਖੀ ਸਿਦਕ ਦੀ ਦ੍ਰਿੜਤਾ ਵਿੱਚ ਕੋਈ ਤਰੇੜ ਵੀ ਨਾ ਪਾ ਸਕੇ। ਜਿਵੇਂ ਮਜੀਠ ਦਾ ਰੰਗ ਕੱਪੜੇ ਨੂੰ ਹੰਡਾਉਣ ਪਾਟਣ ਤੋਂ ਬਾਅਦ ਵੀ ਨਹੀਂ ਲਹਿੰਦਾ, ਉਵੇਂ ਹੀ ਭਾਈ ਮਤੀ ਦਾਸ ਜੀ ਦਾ ਮਨ ਨਾਮ ਦੇ ਗੂੜੇ ਰੰਗ ਵਿੱਚ ਐਸਾ ਰੰਗਿਆ ਸੀ ਕਿ ਸਰੀਰ ਨੂੰ ਚੀਰਨ ਤੋਂ ਬਾਅਦ ਵੀ ਉਹ ਰੰਗ ਉਤਰਿਆ ਨਹੀਂ। ਭਾਈ ਮਤੀ ਦਾਸ ਜੀ 17ਵੀਂ ਸਦੀ ਦੇ ਸਿੱਖ ਸ਼ਹੀਦਾਂ ਦੀ ਮਾਲਾ ਦੇ ਉਹ ਅਦੁੱਤੀ ਮੋਤੀ ਹਨ ਜਿਨ੍ਹਾਂ ਨੇ ਆਪਣਾ ਤਨ ਆਰੇ ਨਾਲ ਚਿਰਵਾ ਕੇ ਸੰਕਟ ਕਾਲ ਵਿੱਚ ਸਿੱਖ ਧਰਮ ਦੀ ਸ਼ਾਨ ਅਤੇ ਗੌਰਵ ਨੂੰ ਕਾਇਮ ਰੱਖਿਆ। ਦੁਨੀਆ ਦੇ ਇਤਿਹਾਸ ਵਿੱਚ ਆਪ ਜੀ ਦੀ ਸ਼ਹਾਦਤ ਬੇਮਿਸਾਲ ਹੈ। ਪੰਜਾਬੀ ਦੇ ਇੱਕ ਕਵੀ ਲਿਖਦੇ ਹਨ, ਜਿੱਥੇ ਅੰਬਾਂ ਨੂੰ ਪਿਆ ਬੂਰ ਹੋਵੇ, ਕੋਇਲ ਉਸ ਥਾਂ ਆ ਕੇ ਚਹਿਕਦੀ ਹੈ। ਜਿੱਥੇ ਜਿੱਥੇ ਸ਼ਹੀਦਾਂ ਦਾ ਰਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਸ਼ਹਾਦਤਾਂ ਦੀ ਇੰਨੀ ਲੰਮੇਰੀ ਸੂਚੀ ਵਿੱਚ ਇੱਕ ਹੋਰ ਮਹੱਤਵਪੂਰਨ ਨਾਂ ਭਾਈ ਸਤੀ ਦਾਸ ਜੀ ਦਾ ਵੀ ਆਉਂਦਾ ਹੈ। ਆਪ ਜੀ ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਸਨ। 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਾਪਰੇ ਸ਼ਹੀਦੀ ਸਾਕੇ ਦੌਰਾਨ ਹੀ ਭਾਈ ਸਤੀ ਦਾਸ ਜੀ ਨੇ ਆਪਣੇ ਵੱਡੇ ਭਰਾ ਭਾਈ ਮਤੀ ਦਾਸ ਜੀ ਦੇ ਨਾਲ ਹੀ ਸ਼ਹੀਦੀ ਪਾਈ ਸੀ। ਭਾਈ ਸਤੀ ਦਾਸ ਜੀ ਗੁਰੂ ਘਰ ਵਿੱਚ ਲਿਖਾਰੀ ਦੀ ਸੇਵਾ ਸੰਭਾਲਦੇ ਸਨ। ਗੁਰੂ ਪਾਤਸ਼ਾਹ ਜੀ ਜੋ ਵੀ ਬਚਨ ਕਰਦੇ, ਭਾਈ ਸਾਹਿਬ ਜੀ ਉਹਨਾਂ ਨੂੰ ਫਾਰਸੀ ਅੱਖਰਾਂ ਵਿੱਚ ਉਤਾਰ ਲੈਂਦੇ ਤੇ ਪਿੱਛੋਂ ਗੁਰੂ ਸਾਹਿਬ ਜੀ ਗੁਰਮੁਖੀ ਅੱਖਰਾਂ ਵਿੱਚ ਪੋਥੀਆਂ ਵਿੱਚ ਲਿਖਵਾ ਲੈਂਦੇ। ਬੰਸਾਵਲੀ ਨਾਮੇ ਦੇ ਇਹ ਬੋਲ ਹਨ ਕਿ ਬਾਣੀ ਜੋ ਸਾਹਿਬ ਕਰੇ ਉਚਾਰ, ਸੋ ਸਤੀ ਦਾਸ ਨਿਤ ਕਰੇ ਫਾਰਸੀ ਅੱਖਰਾਂ ਵਿੱਚ ਉਤਾਰ। ਇਤਿਹਾਸ ਵਾਚਦਿਆਂ ਇਹ ਵੀ ਪਤਾ ਲੱਗਦਾ ਹੈ ਕਿ ਜੋ ਬਚਨ ਗੁਰੂ ਪਾਤਸ਼ਾਹ ਜੀ ਨੇ ਦਿੱਲੀ ਵਿਖੇ ਬੰਦੀ ਖਾਨੇ ਵਿੱਚ ਕੀਤੇ, ਉਹ ਵੀ ਭਾਈ ਸਤੀ ਦਾਸ ਜੀ ਨੇ ਲਿਖ ਲਏ ਸਨ, ਪਰ ਅਹਿਲਕਾਰਾਂ ਨੇ ਉਹ ਖੋਹ ਲਏ ਸਨ। ਭਾਈ ਸਤੀ ਦਾਸ ਜੀ ਤੇ ਵੀ ਜ਼ਾਲਮਾਂ ਪਾਸੋਂ ਇਸਲਾਮ ਕਬੂਲਣ ਲਈ ਜ਼ੋਰ ਪਾਇਆ ਗਿਆ, ਪਰ ਇਸਲਾਮ ਨਾ ਕਬੂਲ ਕਰਨ ਤੇ ਆਪ ਜੀ ਨੂੰ ਵੀ ਅਨੇਕਾਂ ਤਸੀਹੇ ਦਿੱਤੇ ਗਏ। ਅਖੀਰ ਕਾਜ਼ੀ ਦੁਆਰਾ ਆਪ ਜੀ ਲਈ ਜਿਉਂਦੇ ਜੀ ਸਾੜਨ ਦਾ ਹੁਕਮ ਸੁਣਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਹੀ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜਿਉਂਦੇ ਜੀ ਅੱਗ ਨਾਲ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਨਿਮਾਣਿਆਂ ਅਤੇ ਮਜ਼ਲੂਮਾਂ ਨੂੰ ਜ਼ੁਲਮ ਵਿਰੁੱਧ ਉੱਠ ਖੜੇ ਹੋਣ ਅਤੇ ਉਹਨਾਂ ਅੰਦਰ ਸਵੈ ਮਾਨ ਅਤੇ ਸਾਹਸ ਭਰਨ ਵਾਸਤੇ
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਿੱਖਾਂ ਨੇ ਆਪਣੇ ਪਿੰਡੇ ਤੇ ਅਨੇਕਾਂ ਹੀ ਤਸੀਹੇ ਸਹਿਣ ਕੀਤੇ ਅਤੇ ਇੱਕ ਦਰਦਨਾਕ ਮੌਤ ਨੂੰ ਕਬੂਲ ਕੀਤਾ। ਪਰਵਾਨੇ ਜ਼ਿੰਦਗੀ ਦਾ ਐਤਬਾਰ ਨਹੀਂ ਕਰਦੇ, ਸ਼ਮਾ ਤੇ ਸੜ ਮਰਨ ਤੋਂ ਨਹੀਂ ਡਰਦੇ। ਮਰਨ ਦੀ ਲੋੜ ਹੈ ਉਸ ਵਤਨ ਨੂੰ ਜਿਹੜੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।